ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ। ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਗੱਲ ਹੋਏਗੀ ਤਕਰੀਬਨ ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਵਿੱਚ ਪੈਂਦੇ ਪਿੰਡ ਸਠਿਆਲਾ ਦੇ ਵਿੱਚ ਹੋਈ ਉਸ ਹੱਤਿਆਕਾਂਡ ਦੀ, ਜਿਸ ਵਿੱਚ 4 ਗੈਂਗਸਟਰ ਆਉਂਦੇ ਨੇ ਤੇ ਦਿਨ ਦਹਾੜੇ ਗੋਰੇ ਸਠਿਆਲੇ ਨੂੰ ਕਤਲ ਕਰਕੇ ਚਲੇ ਜਾਂਦੇ ਨੇ। ਇਹ ਗੈਂਗਸਟਰ ਤਕਰੀਬਨ 1.5 ਦਰਜਨ ਦੇ ਆਸ-ਪਾਸ ਗੋਲੀਆਂ ਚਲਾਈਆਂ ਇਹਨਾਂ ਨੇ, ਰਾਉਂਡ ਵਗੈਰਾ ਚਲਾਏ ਤੇ ਇਹ ਹੱਤਿਆਕਾਂਡ ਨੂੰ ਜਿਸ ਬੇਰਹਿਮੀ ਦੇ ਨਾਲ ਕੀਤਾ ਗਿਆ, ਜਿਸ ਨਿਧੜਕ ਅੰਦਾਜ਼ ਦੇ ਵਿੱਚ ਕੀਤਾ ਗਿਆ, ਉਸ ਤੋਂ ਇੰਝ ਲੱਗਦਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਚੁਸਤ ਦੁਰਸਤ ਕਰਨ ਦੇ ਦਾਅਵੇ ਜਿਹੜੇ ਹੈਗੇ ਨੇ ਉਹ ਅਜੇ ਵੀ ਖੋਖਲੇ ਹੈਗੇ ਨੇ। ਅੱਜ ਆਪਾਂ ਇਸ ਹੱਤਿਆਕਾਂਡ ਤੇ ਇਸ ਦੇ ਪਿੱਛੇ ਦੀ ਜਿਹੜੀ ਜਾਣਕਾਰੀ ਇਸ ਵਕਤ ਪੰਜਾਬ ਪੁਲਿਸ ਦੇ ਸੂਤਰਾਂ ਤੋਂ ਮਿਲੀ ਹੈ, ਜਿਹੜੀ ਮੇਰੀ ਆਪਣੀ ਇਨਵੈਸਟੀਗੇਸ਼ਨ ਇਸ ਕੇਸ ਦੀ ਬੈਕਗਰਾਉਂਡ ਦੇ ਉੱਤੇ ਹੋਈ ਹੈ ਪਿਛਲੇ ਕੁਝ ਦਿਨਾਂ ਦੌਰਾਨ, ਕਿਉਂਕਿ ਇਹਨਾਂ ਇੱਕ ਹਫ਼ਤੇ ਦੇ ਵਕਫੇ ਦੌਰਾਨ ਜਿੰਨੀਆਂ ਵੀ ਰਿਪੋਰਟਸ ਮੇਰੇ ਕੋਲ ਇਨਪੁਟਸ ਆ ਰਹੀਆਂ ਸਨ, ਉਸ ਦੇ ਵਿੱਚੋਂ ਇੱਕ ਦੋ ਇਨਪੁਟਸ ਬਹੁਤ ਹੀ ਕਨਫਲਿਕਟਿੰਗ ਸਨ। ਇਸ ਵਾਸਤੇ ਤਸਦੀਕ ਕਰਨਾ ਔਖਾ ਸੀ। ਪੰਜਾਬ ਪੁਲਿਸ ਨੇ ਹੁਣ ਤੋਂ ਕੁਝ ਹੀ ਘੰਟੇ ਪਹਿਲਾਂ ਇਹ ਜਾਣਕਾਰੀ ਨਸ਼ਰ ਕਰਤੀ ਹੈ ਕਿ ਇਸ ਕਾਂਡ ਦੇ ਵਿੱਚ ਦਵਿੰਦਰ ਬੰਬੀਹਾ ਗੈਂਗ ਦਾ ਹੱਥ ਹੈ। 24 ਮਈ ਦੀ ਇਸ ਵਾਰਦਾਤ ਤੋਂ ਇੱਕ ਦਿਨ ਬਾਅਦ ਹੀ ਦਵਿੰਦਰ ਬੰਬੀਹਾ ਦੇ ਇੱਕ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਪਾਈ ਜਾਂਦੀ ਹੈ, ਜਿਸ ਵਿੱਚ ਬਲਵਿੰਦਰ ਡੋਨੀ ਨਾਂ ਦੇ ਇੱਕ ਗੈਂਗਸਟਰ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਦੇ ਨਾਲ ਗੋਪੀ ਮਹਿਲ, ਬਲਵਿੰਦਰ ਡੋਨੀ ਤੇ ਗੋਪੀ ਮਹਿਲ ਵੱਲੋਂ ਇਸ ਵਾਰਦਾਤ ਨੂੰ ਕਰਾਏ ਜਾਣ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਦੇ ਇਸ ਸੋਸ਼ਲ ਮੀਡੀਆ ਦੇ ਹੈਂਡਲ ਤੋਂ ਲਈ ਜਾਂਦੀ ਹੈ ਤੇ ਪੰਜਾਬ ਪੁਲਿਸ ਦੀ ਤਫਤੀਸ਼ ਵੀ ਤਕਰੀਬਨ ਇਸ ਪੂਰੀ ਦੀ ਪੂਰੀ ਥਿਉਰੀ ਜਾਂ ਇਸ ਜਿਹੜੀ ਜ਼ਿੰਮੇਵਾਰੀ ਲਈ ਗਈ ਇਸ ਬੰਬੀਹਾ ਗੈਂਗ ਦੇ ਸੋਸ਼ਲ ਮੀਡੀਆ ਪੇਜ ਉੱਤੇ ਉਸ ਦੀ ਤਸਦੀਕ ਕਰਦੀ ਹੈ। ਸੋ ਇਸ ਵਕਤ ਦੀ ਪੰਜਾਬ ਪੁਲਿਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਫਿਰ ਆਪਾਂ ਗੱਲ ਕਰਾਂਗੇ ਬਲਵਿੰਦਰ ਡੋਨੀ ਦੀ। ਆਖਰ ਇਹ ਬਲਵਿੰਦਰ ਡੋਨੀ ਕੌਣ ਹੈ, ਇਹ ਕਿਹੜਾ ਕਿਰਦਾਰ ਹੈ ਤੇ ਅੰਡਰਵਰਲਡ ਦੇ ਵਿੱਚ ਇਸ ਦਾ ਮਾਝੇ ਦੇ ਇਲਾਕੇ, ਅੰਮ੍ਰਿਤਸਰ, ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਕੀ ਬੈਕਗਰਾਉਂਡ ਰਿਹਾ ਹੈ। ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਦੇ ਜ਼ਰੀਏ ਇਹ ਜੋ ਅਫੀਸ਼ੀਅਲ ਉਹਨਾਂ ਦੀ ਜਾਣਕਾਰੀ ਸ਼ੇਅਰ ਕੀਤੀ ਹੈ, ਜਰਨੈਲ ਸਿੰਘ ਗੋਰਾ ਸਠਿਆਲਾ ਦੇ ਕਤਲ ਕੇਸ ਦੇ ਵਿੱਚ ਉਹਨਾਂ ਨੂੰ 10 ਲੋਕਾਂ ਦੀ ਭਾਲ ਹੈ, ਜਿਨ੍ਹਾਂ ਵਿੱਚੋਂ 2 ਦੀ ਪਛਾਣ ਨਹੀਂ ਹੋ ਸਕੀ ਹੈ, ਲੇਕਿਨ 8 ਗੈਂਗਸਟਰ ਅਜਿਹੇ ਹੈਗੇ ਨੇ ਜਾਂ ਕ੍ਰਿਮੀਨਲਸ ਅਜਿਹੇ ਹੈਗੇ ਨੇ ਜੋ ਕਿ ਬੰਬੀਹਾ ਗੈਂਗਸਟਰ ਜਾਂ ਫਿਰ ਉਸ ਦੇ ਨਾਲ ਦੇ ਅਲਾਈਡ ਗੈਂਗਸ ਦੇ ਨਾਲ ਜੁੜੇ ਹੈਗੇ ਨੇ ਤੇ ਉਹਨਾਂ ਨੂੰ ਪੁਲਿਸ ਲੱਭਦੀ ਪਈ ਹੈ। ਮੈਂ ਦੱਸਾਂਗਾ ਉਹਨਾਂ ਦੇ ਵਿੱਚੋਂ 2 ਗੈਂਗਸਟਰ ਕਿੱਥੇ ਨੇ ਤੇ ਬਾਕੀ 6 ਨੂੰ ਪੁਲਿਸ ਖੁਦ ਲੱਭੇਗੀ। ਸਭ ਤੋਂ ਪਹਿਲਾਂ ਤਾਂ ਇਸ ਲਿਸਟ ਦੇ ਵਿੱਚ ਨਾਂ ਹੈ ਇੱਕ ਗੈਂਗਸਟਰ ਮਨਪ੍ਰੀਤ ਮੁੰਨ ਦਾ। ਮਨਪ੍ਰੀਤ ਮੁੰਨ ਤੋਂ ਬਾਅਦ ਬਲਵਿੰਦਰ ਡੋਨੀ, ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਸ ਦਾ ਚਿਹਰਾ ਤੁਸੀਂ ਇਸ ਲਿਸਟ ਦੇ ਵਿੱਚ ਜੋ ਪੰਜਾਬ ਪੁਲਿਸ ਨੇ ਤਸਵੀਰਾਂ ਦੀ ਸ਼ਕਲ ਦੇ ਵਿੱਚ ਜਾਰੀ ਕੀਤੀ ਹੈ ਉਸ ਦੇ ਵਿੱਚ ਹੈ। ਗਗਨਦੀਪ ਦੱਡੀ ਇੱਕ ਹੋਰ ਗੈਂਗਸਟਰ ਜੋ ਕਿ ਰੋਬਰੀਜ਼ ਦੀਆਂ ਕੁਝ ਵਾਰਦਾਤਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਲੋੜੀਂਦਾ ਹੈ, ਉਹ ਵੀ ਇਸ ਲਿਸਟ ਦੇ ਵਿੱਚ ਉਸ ਦਾ ਸ਼ਾਮਲ ਹੈ। ਜੋਬਨਜੀਤ ਸਿੰਘ ਏਲੀਅਸ ਬਿੱਲਾ, ਗੁਰਵੀਰ ਗੁਰੀ, ਇੱਕ ਜੋਬਨ, ਗੁਰਮੇਜ ਸਿੰਘ, ਮਨਜੀਤ ਮਹਿਲ ਅਤੇ 2 ਅਣਪਛਾਤੇ ਅਜਿਹੇ ਗੈਂਗਸਟਰ ਨੇ ਜਿਨ੍ਹਾਂ ਦੇ ਤਸਵੀਰਾਂ ਇਸ ਪੰਜਾਬ ਪੁਲਿਸ ਦੀ ਆਫੀਸ਼ੀਅਲ ਜਾਣਕਾਰੀ ਦੇ ਵਿੱਚ ਦਿੱਤੀਆਂ ਗਈਆਂ ਨੇ। ਲੇਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਇਸ ਲਿਸਟ ਦੇ ਵਿੱਚ ਪਹਿਲਾ ਨਾਂ ਤੇ ਜਿਹੜਾ ਚਿਹਰਾ ਦੱਸਿਆ ਗਿਆ ਹੈ ਉਹ ਹੈ ਮਨਪ੍ਰੀਤ ਮੰਨ। ਇਹ ਮਨਪ੍ਰੀਤ ਮੰਨ ਅੱਜ ਵੀ ਇੰਸਟਾਗ੍ਰਾਮ ਉੱਤੇ ਐਕਟਿਵ ਹੈ। ਇਸ ਵਕਤ ਮਨਪ੍ਰੀਤ ਮੰਨ ਦੀ ਜੋ ਲੋਕੇਸ਼ਨ ਮੇਰੇ ਸੂਤਰਾਂ ਦੇ ਮੁਤਾਬਕ ਦੱਸੀ ਜਾਂਦੀ ਹੈ ਉਹ ਹੈ ਪੁਰਤਗਾਲ ਦੀ। ਹੀ ਇਜ਼ ਬੇਸਡ ਇਨ ਪੋਰਚੁਗਲ ਆਊਟ ਆਫ ਇੰਡੀਆ। ਮਨਪ੍ਰੀਤ ਮੰਨ ਦੀ ਭੂਮਿਕਾ ਵਿਦੇਸ਼ਾਂ ਦੇ ਵਿੱਚੋਂ ਬੈਠ ਕੇ, ਪੁਰਤਗਾਲ ਦੇ ਵਿੱਚੋਂ ਬੈਠ ਕੇ ਵੀ ਇਹਨਾਂ ਗੈਂਗਸਟਰਾਂ ਨੂੰ ਰਸਦ ਪਹੁੰਚਾਉਣ ਦੀ ਹੋ ਸਕਦੀ ਹੈ। ਇਹ ਸਾਰੀਆਂ ਕੇਸ ਦੀਆਂ ਫਾਈਨਲ ਡਿਟੇਲਸ ਨੇ ਜਿਨ੍ਹਾਂ ਉੱਤੇ ਅਜੇ ਵੀ ਤਫਤੀਸ਼ ਜਾਰੀ ਹੈ, ਕਿਉਂਕਿ ਜਿੰਨੇ ਵੀ ਗੈਂਗਸਟਰਾਂ ਦਾ ਜ਼ਿਕਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਗੈਂਗਸਟਰ ਇਸ ਵਕਤ ਪੁਲਿਸ ਦੀ ਗਿਰਫਤ ਤੋਂ ਬਾਹਰ ਨੇ। ਇਨਫੈਕਟ ਤੁਸੀਂ ਕਹੋਗੇ ਕਿ ਇਹ 10 ਦੇ 10 ਗੈਂਗਸਟਰ ਜਿਨ੍ਹਾਂ ਵਿੱਚੋਂ 2 ਤਾਂ ਅਣਪਛਾਤੇ ਹੈਗੇ ਨੇ। ਸੋ ਜੇ ਪੁਲਿਸ ਉਹਨਾਂ ਦੀ ਭਾਲ ਕਰਦੀ ਪਈ ਹੈ, ਇੱਥੇ ਮੈਂ ਤੁਹਾਨੂੰ ਦੁਰਸਤ ਕਰਦਾ ਕਿ ਇਹਨਾਂ ਵਿੱਚੋਂ ਇੱਕ ਗੈਂਗਸਟਰ ਜਿਸ ਦਾ ਨਾਂ ਲਿਆ ਗਿਆ ਹੈ, ਮੈਨੂੰ ਨਹੀਂ ਪਤਾ ਇਹ ਮਨਜੀਤ ਮਾਹਲ ਦਾ ਨਾਂ AGTF ਨੇ ਕਿਉਂ ਲਿਆ, ਕਿਉਂਕਿ ਜਿਹੜੀ ਪੋਸਟਾਂ ਪਾਈਆਂ ਗਈਆਂ ਉਸ ਦੇ ਵਿੱਚ ਜ਼ਿਕਰ ਗੋਪੀ ਮਹਿਲ ਦਾ ਆ ਰਿਹਾ ਸੀ, ਲੇਕਿਨ ਮਨਜੀਤ ਮਾਹਲ ਦਾ ਜ਼ਿਕਰ ਟੀਲੂ ਤਾਜਪੁਰੀਆ ਦੇ ਨਾਲ ਜੁੜੀ ਰਿਪੋਰਟ ਦੇ ਵਿੱਚ ਮੈਂ ਕੀਤਾ ਸੀ। ਜਦੋਂ ਟੀਲੂ ਤਾਜਪੁਰੀਆ ਉੱਤੇ ਤਿਹਾੜ ਜੇਲ੍ਹ ਦੇ ਉਸ ਬੈਰਕ ਦੇ ਵਿੱਚ ਹਮਲਾ ਹੁੰਦਾ ਹੈ, ਆਪਾਂ ਵੇਖਿਆ ਕਿ ਉਸ ਪੂਰੇ ਦੀ ਪੂਰੇ ਹਮਲੇ ਦੀ ਵੀਡੀਓ ਜਾਂ ਉਹ ਜਿਹੜੀ ਤਸਵੀਰਾਂ ਮੈਂ ਸ਼ੇਅਰ ਕੀਤੀਆਂ ਸੀ, ਉਸ ਵੀਡੀਓ ਤੇ ਉਹਨਾਂ ਤਸਵੀਰਾਂ ਦੇ ਵਿੱਚ ਇੱਕ ਚਿੱਟਾ ਕੁੜਤਾ ਪਜਾਮਾ ਪਾਏ ਸ਼ਖਸ ਜਿਸ ਦੇ ਚਿੱਟੇ ਵਾਲ ਸੀ, ਇਸ ਦੀ ਉਮਰ ਵੀ ਤਕਰੀਬਨ ਪੋਸੀਬਲੀ 50 ਸਾਲ ਦੇ ਆਸ-ਪਾਸ ਹੋ ਸਕਦੀ ਹੈ ਜਾਂ 50 ਸਾਲ ਤੋਂ ਵੱਧ ਹੋ ਸਕਦੀ ਹੈ। ਕਈ ਸਾਲਾਂ ਤੋਂ ਇਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਉਹ ਗੈਂਗਸਟਰ ਹੈ ਜੋ ਕਿ ਹਰਿਆਣਾ, ਦਿੱਲੀ, NCR ਦੇ ਇਲਾਕੇ ਦੇ ਵਿੱਚ ਐਕਟਿਵ ਰਿਹਾ ਹੈ। ਗੈਂਗਸਟਰ ਮਨਜੀਤ ਮਾਹਲ ਦਾ ਇੱਕ ਬਹੁਤ ਹੀ ਲੰਬਾ ਚੌੜਾ ਅਪਰਾਧਿਕ ਪਿਛੋਕੜ ਹੈ। ਗੈਂਗ ਵਾਰ ਪਿਛਲੇ ਕਈ ਸਾਲਾਂ ਤੋਂ ਤੁਰਦੀ ਆ ਰਹੀ ਹੈ, ਜਿਸ ਦੇ ਵਿੱਚ ਕਈ ਦਰਜਨਾਂ ਦੀ ਗਿਣਤੀ ਦੇ ਵਿੱਚ ਗੈਂਗਸਟਰ ਹਲਾਕ ਕਰਤੇ ਗਏ ਨੇ ਇੱਕ ਦੂਸਰੇ ਦੇ। ਉਸ ਟਰਫ ਵਾਰ ਦੇ ਵਿੱਚ ਵੀ ਮਨਜੀਤ ਮਾਹਲ ਗੈਂਗ ਦੀ ਜਿਹੜੀ ਦੁਸ਼ਮਣੀ ਹੈ ਉਹ ਬਹੁਤ ਹੀ ਪ੍ਰਮੁੱਖਤਾ ਦੇ ਨਾਲ ਸਾਹਮਣੇ ਆਈ ਹੈ। ਲੇਕਿਨ ਇਹਨਾਂ ਦਿਨਾਂ ਦੇ ਵਿੱਚ ਮਨਜੀਤ ਮਾਹਲ ਨੂੰ ਕਾਫੀ ਇੱਕ ਡੋਰਮੈਂਟ ਸਟੇਜ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਸ ਦੇ ਕੇਸਾਂ ਦੇ ਵਿੱਚ ਕਈ ਸਾਲ ਦੀ ਜੇਲ੍ਹ ਪੂਰੀ ਹੋ ਚੁੱਕੀ ਤੇ ਇਸ ਵਕਤ ਉਹ ਜੇਲ੍ਹ ਵਿੱਚੋਂ ਨਿਕਲਣ ਦੀ ਤਿਆਰੀ ਦੇ ਵਿੱਚ ਹੈ। ਅਜਿਹੀ ਸਥਿਤੀ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਮਨਜੀਤ ਮਾਹਲ ਨੂੰ ਪੰਜਾਬ ਦੇ ਇਸ ਕੇਸ ਦੇ ਵਿੱਚ ਉਹਨਾਂ ਵਾਂਟਡ ਕ੍ਰਿਮੀਨਲਸ ਦੀ ਸੂਚੀ ਦੇ ਵਿੱਚ ਜੇ ਸ਼ਾਮਲ ਕਰ ਲਿਆ ਜਾਂਦਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਹੀ ਇੱਕ ਅਜਿਹੀ
ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਸੋ ਮਨਜੀਤ ਮਾਹਲ ਨੂੰ ਪ੍ਰੋਡਕਸ਼ਨ ਵਾਰੰਟ ਦੇ ਜੇ ਉੱਤੇ ਪੰਜਾਬ ਪੁਲਿਸ ਨੂੰ ਲੈ ਕੇ ਆਉਣਾ ਪਏਗਾ ਤੇ ਉਸ ਤੋਂ ਪੁੱਛਗਿੱਛ ਕਰਨੀ ਪਏਗੀ। ਇਸ ਕੈਟੇਗਰੀ ਦੇ ਜਿੰਨੇ ਵੀ 10 ਗੈਂਗਸਟਰਾਂ ਦੀ ਕ੍ਰਿਮੀਨਲਸ ਦੀ ਸੂਚੀ ਜਾਰੀ ਹੋਈ ਹੈ ਉਹਨਾਂ ਦੇ ਵਿੱਚ ਮਨਜੀਤ ਮਾਹਲ ਇਜ਼ ਨਾਟ ਐਟ ਲਾਰਜ, ਨਾਟ ਐਬਸਕੌਂਡਿੰਗ, ਹੀ ਇਜ਼ ਵੈਰੀ ਮਚ ਇਨ ਕਸਟਡੀ। ਉਹ ਇਸ ਵਕਤ ਜੇਲ੍ਹ ਦੇ ਵਿੱਚ ਹੈ। ਸੋ ਜੇ ਕੋਈ ਗਲਤੀ ਨਹੀਂ ਹੈ, ਕਿਉਂਕਿ ਗੋਪੀ ਮਾਹਲ ਦਾ ਨਾਂ ਆਇਆ ਸੀ, ਕਿ ਗੋਪੀ ਮਾਹਲ ਤੇ ਮਨਜੀਤ ਮਾਹਲ ਦੀ ਆਇਡੈਂਟੀਟੀ ਦੇ ਵਿੱਚ ਕੋਈ ਪਛਾਣ ਦਾ ਮਿਕਸਅਪ ਤਾਂ ਨਹੀਂ ਹੋਇਆ, ਉਸ ਸਥਿਤੀ ਦੇ ਵਿੱਚ ਇੱਕ ਵੱਖਰੀ ਗੱਲ ਹੋਏਗੀ, ਉਸ ਨੂੰ ਦਰੁਸਤ ਕਰਨਾ ਪਏਗਾ। ਲੇਕਿਨ ਜੇ ਮਨਜੀਤ ਮਾਹਲ ਵਾਕਈ ਇਸ ਹੱਤਿਆਕਾਂਡ ਦੇ ਵਿੱਚ, ਯਾਨੀ ਕਿ ਜਰਨੈਲ ਸਿੰਘ ਗੋਰਾ ਹੱਤਿਆਕਾਂਡ ਦੇ ਵਿੱਚ ਇਨਵੋਲਵਡ ਹੈ, ਤਾਂ ਇਹ ਫਿਰ ਪੂਰੀ ਦੀ ਪੂਰੀ ਗੱਲਬਾਤ ਲਾਰਜਰ ਗੈਂਗ ਵਾਰ ਦੇ ਨਾਲ ਜੁੜਦੀ ਹੈ, ਜਿਸ ਦੇ ਵਿੱਚ ਟੀਲੂ ਤਾਜਪੁਰੀਆ ਦਾ ਮਰਡਰ ਹੋਣਾ ਤੇ ਉਸ ਦੇ ਲੀਗ ਦੇ ਹੀ ਇੱਕ ਸ਼ਖਸ ਦਾ ਇੱਕ ਹੋਰ ਵਿਰੋਧੀ ਗੈਂਗ ਨੂੰ ਟਾਰਗੇਟ ਕਰਨਾ, ਇਹ ਸਾਰੀ ਕੜੀਆਂ ਕਿਵੇਂ ਜੁੜਨਗੀਆਂ, ਕਿਵੇਂ ਆਪਾਂ ਡਾਟ ਕਨੈਕਟ ਕਰਾਂਗੇ, ਇੱਕ ਬੜਾ ਵੱਡਾ ਚੈਲੰਜ ਹੈ। ਸਾਡੇ ਤੋਂ ਜ਼ਿਆਦਾ ਚੈਲੰਜ ਇਹ ਇਨਵੈਸਟੀਗੇਸ਼ਨ ਏਜੰਸੀਆਂ ਜਾਂ ਪੰਜਾਬ ਦੀ AGTF ਲਈ ਹੋਏਗਾ। ਤੇ ਹੁਣ ਆਪਾਂ ਪੰਜਾਬ ਪੁਲਿਸ ਦੀ ਜਾਰੀ ਇਸ ਸੂਚੀ, ਜਿਸ ਵਿੱਚ 10 ਵਾਂਟਡ ਕ੍ਰਿਮੀਨਲਸ ਦੀ ਭਾਲ ਉਹਨਾਂ ਨੂੰ ਹੈ, ਉਸ ਦੇ ਸਭ ਤੋਂ ਸਰਗਰਮ ਤੇ ਸਭ ਤੋਂ ਖਤਰਨਾਕ ਗੈਂਗਸਟਰ ਜੋ ਕਿ ਜਰਨੈਲ ਗੋਰਾ ਸਠਿਆਲਾ ਦੇ ਕਤਲकांड ਦੇ ਵਿੱਚ ਖੁਦ ਮੋਹਰੀ ਸੀ। ਜਿਹੜੇ 4 ਗੈਂਗਸਟਰ ਇਸ ਵਾਰਦਾਤ ਨੂੰ ਅੰਜਾਮ ਦੇਣ ਆਉਂਦੇ ਨੇ, ਬਿਨਾਂ ਮੂੰਹ ਢਕੇ ਜਿਹੜਾ ਗੈਂਗਸਟਰ ਸਭ ਤੋਂ ਅੱਗੇ ਹੈ, ਜੋ ਕਿ ਇਸ ਮਿਲ ਦੇ ਵਿੱਚ ਜਾ ਕੇ ਆਟਾ ਚੱਕੀ ਦੇ ਪਿਛਲੇ ਸਾਈਡ ਤੋਂ ਜਾ ਕੇ ਗੋਲੀਆਂ ਮਾਰਦਾ ਹੈ ਜਰਨੈਲ ਸਿੰਘ ਗੋਰਾ ਸਠਿਆਲਾ ਨੂੰ, ਜੋ ਕਿ ਨਜ਼ਰ ਨਹੀਂ ਆਇਆ ਗੋਲੀਆਂ ਚਲਾਉਂਦਾ ਹੋਇਆ, ਲੇਕਿਨ ਨੀਲੇ ਰੰਗ ਦਾ ਉਸਨੇ ਟੀ-ਸ਼ਰਟ ਪਾਈ ਹੋਈ ਹੈ, ਇੱਕ ਸ਼ਾਇਦ ਸ਼ਾਰਟ ਜਾਂ ਬਰਮੂਡਾ ਪਾਇਆ ਹੋਇਆ ਹੈ। ਬਿਨਾਂ ਚਿਹਰਾ ਢਕੇ ਉਹ ਸ਼ਖਸ ਬਲਵਿੰਦਰ ਡੋਨੀ ਹੈ। ਬਲਵਿੰਦਰ ਡੋਨੀ ਪਿਛਲੇ ਕਈ ਸਾਲ, ਪੋਸੀਬਲੀ ਲਗਭਗ 5 ਤੋਂ 6 ਸਾਲ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਰਿਹਾ ਤੇ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਹੀ ਇਸਨੇ ਆਪਣਾ ਅਪਰਾਧ ਦਾ ਜਿਹੜਾ ਨੈਟਵਰਕ ਹੈ, ਸਰਕਟ ਹੈ, ਉਸ ਨੂੰ ਚਲਾਇਆ ਹੈ। ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ, ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਰੋਬਰੀਜ਼ ਦੇ ਕੇਸਿਸ ਦੇ ਵਿੱਚ, ਰੰਗਦਾਰੀਆਂ, ਫਰੌਤੀਆਂ ਦੀ ਵਸੂਲੀ, ਲੋਕਾਂ ਨੂੰ ਕਿਡਨੈਪ, ਰੈਂਸਮ ਉਹਨਾਂ ਤੋਂ ਲੈਣ ਦੇ ਬਹੁਤ ਸੇ ਮਾਮਲਿਆਂ ਦੇ ਵਿੱਚ ਬਲਵਿੰਦਰ ਸਿੰਘ ਜਿਹੜਾ ਡੋਨੀ ਹੈ ਉਹ ਇੱਕ ਮੋਹਰੀ ਕ੍ਰਿਮੀਨਲ ਰਿਹਾ ਹੈ ਤੇ ਜੇਲ੍ਹ ਦੇ ਵਿੱਚੋਂ ਬੈਠ ਕੇ ਉਸਨੇ ਇਸ ਪੂਰੇ ਸਰਕਟ ਨੂੰ ਆਪਰੇਟ ਕੀਤਾ ਹੈ। ਬਲਵਿੰਦਰ ਸਿੰਘ ਡੋਨੀ ਗੋਪੀ ਘਨਸ਼ਿਆਮਪੁਰੀਆ ਦਾ ਖਾਸਮ ਖਾਸ ਹੈ, ਸੋ ਮਚ ਸੋ ਕਿ ਇਸ ਨੂੰ ਗੋਪੀ ਘਨਸ਼ਿਆਮਪੁਰੀਆ ਦਾ ਕੁਝ ਹੱਦ ਤੱਕ ਮੈਨ ਫਰਾਈਡੇ ਵੀ ਕਿਹਾ ਜਾ ਸਕਦਾ ਹੈ। ਯਾਨੀ ਕਿ ਉਹ ਸ਼ਖਸ, ਮੈਨ ਫਰਾਈਡੇ ਦਾ ਮਤਲਬ ਉਹ ਸ਼ਖਸ ਜੋ ਕਿ ਤੁਹਾਡੇ ਲਈ ਕੁਝ ਵੀ ਕਰ ਸਕਦਾ ਹੈ ਤੇ ਤੁਹਾਡਾ ਮੈਨ ਟੂ ਗੋ ਹੈ, ਕਿਸੇ ਵੀ ਕੰਮ ਲਈ ਤੁਸੀਂ ਉਸ ਨੂੰ ਸੰਪਰਕ ਕਰਦੇ ਹੋ। ਤੇ ਇਸ ਚੀਜ਼ ਦਾ ਜ਼ਿਕਰ ਮੈਂ ਆਪਣੀ ਅਗਲੀ ਰਿਪੋਰਟ ਵਿੱਚ ਕਰਾਂਗਾ ਜਦੋਂ ਗੋਪੀ ਘਨਸ਼ਿਆਮਪੁਰੀਆ ਦੀ ਡਿਟੇਲ ਆਪਾਂ ਸ਼ੇਅਰ ਕਰਾਂਗੇ। ਲੇਕਿਨ ਬਲਵਿੰਦਰ ਜਿਹੜਾ ਡੋਨੀ ਹੈ ਉਸ ਨੂੰ ਜੇਲ੍ਹ ਦੇ ਵਿੱਚ ਕੁਝ ਇਹੋ ਜਿਹੀਆਂ ਅਪਰਾਧਿਕ ਵਾਰਦਾਤਾਂ ਦੇ ਚੱਲਦੇ ਪਾਤਾ ਜਾਂਦਾ, ਜਿਸ ਤੋਂ ਬਾਅਦ ਜੇਲ੍ਹ ਦੇ ਵਿੱਚ ਬੈਠੇ ਬੈਠੇ ਉਸ ਉੱਤੇ ਇੱਕ UAPA ਦਾ ਵੀ ਜਿਹੜਾ ਪਰਚਾ ਹੈ ਉਹ ਪਿਆ। ਇਹ ਮੰਨਿਆ ਜਾਂਦਾ ਕਿ ਅਪਰਾਧੀਆਂ ਦਾ ਜਿਹੜਾ ਨੈਟਵਰਕ ਬਲਵਿੰਦਰ ਡੋਨੀ ਚਲਾ ਰਿਹਾ ਸੀ, ਉਸ ਵਿੱਚ ਰਮਨਦੀਪ, ਰਿੰਪਲ, ਰੂਬਲ, ਲੱਖਾ ਤੇ ਸੁਰਜੀਤ ਨਾਂ ਦੇ ਕੁਝ ਅਜਿਹੇ ਗੈਂਗਸਟਰ ਸੀ ਜਿਨ੍ਹਾਂ ਨੇ ਕਈ ਰੰਗਦਾਰੀਆਂ ਵਸੂਲੀਆਂ। ਇਨਫੈਕਟ ਇੱਕ ਅਜਿਹਾ ਸਮਾਂ ਆਇਆ, ਇੱਕ ਅਜਿਹਾ ਫੇਜ਼ ਆਇਆ ਜਿਸ ਦੌਰਾਨ ਬਟਾਲੇ ਦੇ ਇਲਾਕੇ ਦੇ ਵਿੱਚ ਜਾਂ ਅੰਮ੍ਰਿਤਸਰ ਦਿਹਾਤੀ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਡਾਕਟਰਾਂ ਤੋਂ ਰੰਗਦਾਰੀਆਂ ਵਸੂਲੀਆਂ ਗਈਆਂ ਤੇ 2 ਅਜਿਹੇ ਪ੍ਰੋਮੀਨੈਂਟਲੀ ਡਾਕਟਰ ਸਾਹਮਣੇ ਆਏ ਸਨ। ਇਨਫੈਕਟ ਸਾਹਮਣੇ ਨਹੀਂ ਆਏ ਸਨ, ਲੇਕਿਨ ਪੁਲਿਸ ਨੂੰ ਕ੍ਰਿਮੀਨਲਸ ਦੀ ਇੰਟੈਰੋਗੇਸ਼ਨ ਤੋਂ ਜਾਣਕਾਰੀ ਮਿਲੀ ਸੀ। ਡਾਕਟਰ ਮਨੀਸ਼ ਕੁਮਾਰ ਨਾਂ ਦੇ ਇੱਕ ਡਾਕਟਰ ਤੋਂ ਇਹਨਾਂ ਨੇ ਕਈ ਲੱਖ ਰੁਪਏ ਦੀ ਜਿਹੜੀ ਰੰਗਦਾਰੀ ਸੀ ਉਸ ਨੂੰ ਵਸੂਲ ਕੀਤਾ ਸੀ। ਇਨਫੈਕਟ ਉਸ ਨੂੰ ਕਿਡਨੈਪ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਇੱਕ ਹੋਰ ਡਾਕਟਰ ਜਤਿੰਦਰਪਾਲ ਉਹਨਾਂ ਦਾ ਨਾਂ ਸੀ, ਉਹਨਾਂ ਨੂੰ ਵੀ ਕਿਡਨੈਪ ਕੀਤਾ ਗਿਆ। ਲੇਕਿਨ ਇਹਨਾਂ ਡਾਕਟਰਾਂ ਨੇ ਤੇ ਇਹਨਾਂ ਤੋਂ ਇਲਾਵਾ ਕੁਝ ਹੋਰ ਬਿਜ਼ਨਸ ਜਿਹੜੇ ਮੈਨ ਸਨ ਉਸ ਇਲਾਕੇ ਦੇ, ਉਹਨਾਂ ਦੀ ਕਿਡਨੈਪਿੰਗ ਕੀਤੀ ਗਈ। ਲੇਕਿਨ ਕਿਡਨੈਪਿੰਗ ਤੋਂ ਬਾਅਦ ਰੈਂਸਮ ਲੈ ਕੇ ਉਹਨਾਂ ਨੂੰ ਛੱਡਿਆ ਗਿਆ। ਉਹਨਾਂ ਲੋਕਾਂ ਵੱਲੋਂ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ। ਇਲਾਕੇ ਦੇ ਵਪਾਰੀਆਂ ਤੇ ਇਹਨਾਂ ਡਾਕਟਰਾਂ ਤੋਂ ਰੈਂਸਮ ਦੀ ਵਸੂਲੀ ਦਾ ਇਸ ਦਾ ਧੰਦਾ ਬਹੁਤ ਹੀ ਵਧੀਆ ਚੱਲਦਾ ਪਿਆ ਸੀ ਟਿਲ ਦ ਟਾਈਮ ਪੁਲਿਸ ਨੂੰ ਇਸ ਦੀ ਭਿਣਕ ਲੱਗੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਕੀਤੀ ਗਈ ਦਬਿਸ਼ ਦੇ ਵਿੱਚ ਇਹਨਾਂ ਗੈਂਗਸਟਰਾਂ ਦੀ ਧਰਪਕੜ ਸ਼ੁਰੂ ਹੋਈ। ਉਸ ਵਕਤ ਹੀ ਡਾਕਟਰ ਮਨੀਸ਼ ਕੁਮਾਰ ਦੇ ਕੇਸ ਦਾ ਵੀ ਪਤਾ ਲੱਗਿਆ। ਗੁਰਜੀਤ ਸਿੰਘ ਲਾਡਾ ਨਾਂ ਦਾ ਇੱਕ ਮੇਨ ਫਰੰਟ ਹੈਂਚਮੈਨ ਸੀ ਜੋ ਕਿ ਇਹਨਾਂ ਰੰਗਦਾਰੀਆਂ ਨੂੰ ਵਸੂਲਦਾ ਸੀ। ਗੁਰਜੀਤ ਲਾਡੇ ਦੇ ਨਾਲ ਕੁਝ ਹੋਰ ਗੈਂਗਸਟਰ ਵੀ ਸ਼ਾਮਲ ਸਨ। ਬਾਅਦ ਦੇ ਵਿੱਚ ਇਹਨਾਂ ਦੇ ਤਾਰ ਜਿਹੜੇ ਸੀ ਉਹ ਉੱਤਰ ਪ੍ਰਦੇਸ਼ ਦੇ ਕੁਝ ਸਿਆਸਤਦਾਨਾਂ ਦੇ ਨਾਲ, ਕੁਝ ਉੱਥੋਂ ਦੇ ਲੋਕਾਂ ਦੇ ਨਾਲ ਵੀ ਜੁੜੇ। ਕਈ ਕਪੂਰਥਲੇ ਇਲਾਕੇ ਜਾਂ ਪੰਜਾਬ ਦੇ ਅਜਿਹੇ ਤਨਾੜ ਸ਼ਰਾਬ ਦੇ ਵਪਾਰੀ ਸਨ, ਲਿਕਰ ਕੰਟਰੈਕਟਰ, ਜੋ ਕਿ ਇਸ ਨੈਟਵਰਕ ਦਾ ਯਾਨੀ ਕਿ ਬਲਵਿੰਦਰ ਸਿੰਘ ਡੋਨੀ ਦੇ ਨਾਲ, ਗੋਪੀ ਘਨਸ਼ਿਆਮਪੁਰੀਆ ਦੇ ਨਾਲ ਉਹ ਜੁੜੇ ਰਹੇ। ਇਹਨਾਂ ਦੀਆਂ ਅਸਾਮੀਆਂ ਆਪਾਂ ਕਹਿ ਸਕਦੇ ਨੇ ਉਹ ਲੋਕ ਸੀ, ਲੇਕਿਨ ਉਹਨਾਂ ਦਾ ਜ਼ਿਕਰ ਮੈਂ ਆਪਣੀ ਅਗਲੀ ਰਿਪੋਰਟ ਵਿੱਚ ਕਰਾਂਗਾ ਕਿਉਂਕਿ ਸੰਦਰਭ ਉੱਥੇ ਐਗਜ਼ੈਕਟਲੀ ਤੁਹਾਨੂੰ ਕਲੀਅਰ ਹੋਏਗਾ। ਲੇਕਿਨ ਬਲਵਿੰਦਰ ਡੋਨੀ ਇਸ ਤਰੀਕੇ ਦਾ ਇੱਕ ਕ੍ਰਿਮੀਨਲ ਸੀ ਜੋ ਕਿ ਕਈ ਸਾਲ ਪੰਜਾਬ ਦੀ ਜੇਲ੍ਹਾਂ ਵਿੱਚ ਰਿਹਾ ਕਿਉਂਕਿ UAPA ਦੇ ਕੇਸਾਂ ਦੇ ਵਿੱਚ ਜ਼ਮਾਨਤ ਛੇਤੀ ਨਹੀਂ ਮਿਲਦੀ, ਲੇਕਿਨ ਕੁਝ ਸਾਲ ਪਹਿਲਾਂ ਇਸ ਨੂੰ ਜ਼ਮਾਨਤ ਮਿਲਦੀ ਹੈ ਤੇ ਉਸ ਜ਼ਮਾਨਤ ਤੋਂ ਬਾਅਦ ਇਹ ਬਾਹਰ ਆਉਂਦਾ ਹੈ। ਹੁਣ ਇੱਥੇ ਬੜਾ ਇੱਕ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਪਿਛਲੇ ਸਾਲ ਅਪ੍ਰੈਲ ਦੀ ਉਹ ਜਿਹੜੀ ਘਟਨਾ ਸਭ ਤੋਂ ਇੰਪੋਰਟੈਂਟ ਹੈ ਜਿਸ ਦੌਰਾਨ ਬਲਵਿੰਦਰ ਡੋਨੀ ਨੂੰ UAPA ਦੇ ਕੇਸ ਦੇ ਵਿੱਚ ਬੇਲ ਮਿਲਣ ਤੋਂ ਬਾਅਦ, ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਦੁਬਾਰਾ ਧਰ ਲਿਆ ਜਾਂਦਾ ਹੈ, ਕਾਬੂ ਕਰ ਲਿਆ ਜਾਂਦਾ ਤੇ ਕਾਫੀ ਹੱਦ ਤੱਕ ਕਿਉਂਕਿ ਇਸ ਹੱਤਿਆ ਜਿਹੜੀ ਕਿ ਪਿਛਲੇ ਹਫ਼ਤੇ ਕੀਤੀ ਗਈ ਜਰਨੈਲ ਸਿੰਘ ਗੋਰਾ ਸਠਿਆਲਾ ਦੀ,
उस हत्या की वजह, उस हत्या के मोटिव के बारे अजे तक क्लैरिटी नहीं है। ਜਿਹੜੇ ਗੈਂਗਸਟਰਾਂ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਇਸ ਨੂੰ ਇੱਕ ਗੈਂਗ ਵਾਰ ਦੇ ਰੂਪ ਵਿੱਚ ਪੋਰਟਰੇ ਕੀਤਾ ਜੋ ਕਿ ਪੋਸੀਬਲੀ ਹੋ ਸਕਦੀ ਹੈ। ਉਹਨਾਂ ਨੇ ਜੱਗੂ ਭਗਵਾਨਪੁਰੀਆ ਤੇ ਹੈਰੀ ਚੱਠਾ ਵੀ ਦੱਸ ਦਈਏ ਕਿ ਇਸ ਵਕਤ ਵਿਦੇਸ਼ ਦੇ ਵਿੱਚ ਹੈ। ਉਸ ਦੀ ਅਲੱਗ-ਅਲੱਗ ਲੋਕੇਸ਼ਨ, ਕਦੇ ਉਸ ਨੂੰ ਜਰਮਨੀ ਦੇ ਵਿੱਚ ਦੱਸਿਆ ਜਾਂਦਾ ਹੈ, ਕਦੀ ਉਸ ਨੂੰ ਯੂਰਪ ਦੇ ਸਪੇਨ ਦੇ ਇਲਾਕੇ ਦੇ ਵਿੱਚ ਦੱਸਿਆ ਜਾਂਦਾ ਹੈ, ਕਦੀ ਨਾਰਥ ਅਮਰੀਕਾ ਦੇ ਵਿੱਚ ਉਸ ਦੇ ਹੋਣ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ। ਕੁਝ ਮਹੀਨੇ ਪਹਿਲਾਂ ਜਦੋਂ ਹਰਵਿੰਦਰ ਰਿੰਧੇ ਦੀ ਇੱਕ ਝੂਠੀ ਫਰਜ਼ੀ ਮੌਤ ਦੀਆਂ ਖਬਰਾਂ ਚੱਲੀਆਂ, ਉਸ ਵਕਤ ਇਹ ਕਿਹਾ ਗਿਆ ਕਿ ਹੁਣ ਹਰਵਿੰਦਰ ਰਿੰਧੇ ਦੀ ਥਾਂ हैरी ਚੱਠਾ ਲਏਗਾ ਤੇ ਉਸ ਵਕਤ ਪਾਕਿਸਤਾਨ ਪਹੁੰਚ ਚੁੱਕਾ ਹੈ। ਇਹ ਦੱਸ ਦੇ ਕਿ ਹੈਰੀ ਚੱਠਾ ਮਾਝੇ ਦੇ ਇਲਾਕੇ ਦੇ ਵਿੱਚ ਇੱਕ ਬੜਾ ਵੱਡਾ ਸਾਇਲੈਂਟ ਆਪਰੇਟਰ ਰਿਹਾ। ਕੁਝ ਸਾਲ ਪਹਿਲਾਂ ਤੱਕ ਇਹ ਲੋਕ ਬਹੁਤ ਐਕਟਿਵ ਸਨ, ਅੰਡਰਵਰਲਡ ਦੇ ਵਿੱਚ ਇਹ ਵੱਧ ਚੜ ਕੇ ਅੱਗੇ ਵੱਧ ਕੇ ਕੰਮ ਕਰਦੇ ਸਨ। ਲੇਕਿਨ ਉਸ ਤੋਂ ਬਾਅਦ ਪਿਛਲੇ ਕੁਝ ਸਾਲਾਂ ਦੌਰਾਨ ਹੈਰੀ ਚੱਠਾ ਨੂੰ ਇੱਕ ਬਹੁਤ ਹੀ ਲੋ ਪ੍ਰੋਫਾਈਲ ਮੇਨਟੇਨ ਕਰਕੇ ਮਾਝੇ ਦੇ ਇਲਾਕੇ ਦੇ ਵਿੱਚ ਡਰੱਗਸ ਦਾ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਚਲਾਉਂਦਿਆਂ ਹੋਇਆ ਵੇਖਿਆ ਗਿਆ। ਹੁਣ ਮਾਝੇ ਦਾ ਟਰਫ ਜਿਹੜਾ ਹੈ ਉਸ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਇੱਕ ਵਰਚਸਵ ਰਿਹਾ ਹੈ ਜੇ ਆਪਾਂ ਨਸ਼ੇ ਦੀ ਤਸਕਰੀ ਜਾਂ ਹੋਰ ਕ੍ਰਿਮੀਨਲ ਵਾਰਦਾਤਾਂ ਦੇ ਪੱਖੋਂ ਸਮਝੀਏ। ਲੇਕਿਨ ਹੈਰੀ ਚੱਠਾ ਵੀ ਇੱਕ ਪਲੇਅਰ ਦੇ ਰੂਪ ਵਿੱਚ ਸਾਹਮਣੇ ਹੈ ਤੇ ਆਪਸ ਦੇ ਵਿੱਚ ਇਹਨਾਂ ਦਾ ਮਨਮੁਟਾਵ ਵੀ ਰਿਹਾ ਹੈ, ਦੁਸ਼ਮਣੀ ਵੀ ਰਹੀ ਹੈ। ਲੇਕਿਨ ਵਿੱਚ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਆਪਸ ਦੇ ਵਿੱਚ ਇਕੱਠੇ ਨੇ। ਇਨਫੈਕਟ ਜਦੋਂ ਰੀਸੈਂਟਲੀ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਗੈਂਗ ਆਪਸ ਦੇ ਵਿੱਚ ਤਫਾੜ ਹੁੰਦੇ ਨੇ, ਜੇਲ੍ਹਾਂ ਦੇ ਵਿੱਚ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹਮਲਾ ਹੁੰਦਾ ਹੈ, ਉਸ ਤੋਂ ਬਾਅਦ ਹੈਰੀ ਚੱਠਾ ਦੇ ਹੀ ਸੋਸ਼ਲ ਮੀਡੀਆ ਹੈਂਡਲ ਤੋਂ ਅਜਿਹੀ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਕਿਤੇ ਨਾ ਕਿਤੇ ਜੱਗੂ ਭਗਵਾਨਪੁਰੀਆ ਦਾ ਪੱਖ ਜਿਹੜਾ ਹੈ ਉਹ ਪੂਰਿਆ ਵੀ ਗਿਆ। ਲੇਕਿਨ ਅਸੈਂਸ਼ਲੀ ਦੱਸਦੀ ਹੈ ਕਿ ਜੇ ਨਸ਼ੇ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਮਾਝੇ ਇਲਾਕੇ ਤੇ ਪੰਜਾਬ ਦੇ ਵਿੱਚ, ਸਪੈਸੀਫਿਕਲੀ ਮਾਝੇ ਇਲਾਕੇ ਦੇ ਵਿੱਚ ਹੈਰੀ ਚੱਠਾ ਇੱਕ ਬਹੁਤ ਵੱਡਾ ਪਲੇਅਰ ਹੈ ਜੋ ਕਿ ਬਹੁਤ ਹੀ ਸਾਇਲੈਂਟਲੀ ਆਪਣਾ ਕੰਮ ਕਰਦਾ ਆ ਰਿਹਾ ਹੈ। ਹੁਣ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇੱਕ ਅਜਿਹੀ ਘਟਨਾ ਹੁੰਦੀ ਹੈ ਜਿਸ ਵਿੱਚ ਕਿ ਇੱਕ ਢਾਬੇ ਤੋਂ 16 ਗੈਂਗਸਟਰਾਂ ਨੂੰ ਜਾਂ 16 ਕ੍ਰਿਮੀਨਲਸ ਨੂੰ ਫੜਿਆ ਗਿਆ ਸੀ। ਇਹ ਦੱਸਿਆ ਗਿਆ ਸੀ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਆਪਰੇਸ਼ਨ ਸੀ ਜਿਸ ਵਿੱਚ ਇਹ ਜ਼ਿਕਰ ਆਇਆ ਕਿ ਇਹ 16 ਲੋਕ ਇੱਕ ਢਾਬੇ ਤੇ ਬੈਠੇ ਪਲੈਨਿੰਗ ਕਰ ਰਹੇ ਸਨ ਲੈਂਡ ਗ੍ਰੈਬਿੰਗ ਦੀ। ਕਿਸੇ ਦੀ ਜ਼ਮੀਨ ਨੂੰ ਜਾਂ ਕੋਈ ਅਜਿਹਾ ਟੁਕੜਾ ਸੀ ਜ਼ਮੀਨ ਦਾ ਜਿਸ ਨੂੰ ਕਿ ਇਹਨਾਂ ਨੇ ਦੱਬਣਾ ਸੀ। ਸੋ ਉਸ ਲਈ ਇੱਕ ਹਥਿਆਰਬੰਦ ਤਰੀਕੇ ਦੇ ਨਾਲ ਇਹ ਲੋਕ ਆਪਣੇ ਨਾਲ ਲਾਇਸੈਂਸੀ ਵੈਪਨ ਤੇ ਕੁਝ ਗੈਰ ਲਾਇਸੈਂਸੀ ਵੈਪਨ ਲੈ ਕੇ ਬੈਠੇ ਸਨ। ਹੁਣ ਇਹ ਦੱਸਦੇ ਕਿ ਬਲਵਿੰਦਰ ਡੋਨੀ ਜੇਲ੍ਹ ਤੋਂ ਕੁਝ ਮਹੀਨੇ ਪਹਿਲਾਂ ਬਾਹਰ ਆਇਆ ਸੀ, UAPA ਤੋਂ ਉਸ ਨੂੰ ਜ਼ਮਾਨਤ ਮਿਲ ਗਈ ਸੀ। ਲੇਕਿਨ ਇਸ 9 ਅਪ੍ਰੈਲ 2022 ਦੀ ਘਟਨਾ ਦੇ ਵਿੱਚ ਜਦੋਂ ਪੁਲਿਸ ਨੇ ਛਾਪਾ ਮਾਰਿਆ, ਪੁਲਿਸ ਨੂੰ ਇੱਕ ਟਿਪ ਆਫ ਮਿਲਦੀ ਹੈ। ਇਹੀ ਉਹ ਬੈਕਗਰਾਉਂਡ ਹੈ ਜਿੱਥੇ ਕਿ ਜਰਨੈਲ ਸਿੰਘ ਗੋਰਾ ਸਠਿਆਲਾ ਦੀ ਭੂਮਿਕਾ ਸਾਹਮਣੇ ਆਉਂਦੀ ਹੈ। ਜਰਨੈਲ ਸਿੰਘ ਗੋਰਾ ਸਠਿਆਲਾ ਦੇ ਕਤਲ ਤੋਂ ਇਮੀਡੀਏਟਲੀ ਬਾਅਦ ਕਈ ਘੰਟਿਆਂ ਤੱਕ ਇਹ ਕਿਆਸ ਰਹੇ ਜਦ ਤੱਕ ਬੰਬੀਹਾ ਗੈਂਗ ਨੇ ਇਸ ਨੂੰ ਦਰੁਸਤ ਨਹੀਂ ਕਰਤਾ ਕਿ ਗੋਪੀ ਘਨਸ਼ਾਮਪੁਰੀਆ ਦੇ ਨਾਲ ਨੇੜਤਾ ਹੋਣ ਕਾਰਨ ਹੀ ਗੋਰਾ ਸਠਿਆਲਾ ਦਾ ਕਤਲ ਕੀਤਾ ਗਿਆ ਹੈ। ਲੇਕਿਨ ਐਜ਼ ਰਾਈਟਲੀ ਪੁਆਇੰਟਡ ਆਊਟ ਬਾय ਬੰਬੀਹਾ ਗੈਂਗ, ਜਿਸ ਦੀ ਤਸਦੀਕ ਹੁਣ ਕਾਫੀ ਹੱਦ ਤੱਕ ਪੰਜਾਬ ਪੁਲਿਸ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਹੋ ਚੁੱਕੀ ਹੈ, ਗੋਪੀ ਘਨਸ਼ਾਮਪੁਰੀਆ ਦੇ ਨਾਲ ਗੋਰਾ ਸਠਿਆਲਾ ਦਾ ਕੋਈ ਉਸ ਤਰੀਕੇ ਦਾ ਕੰਟੈਕਟ ਨਹੀਂ ਰਿਹਾ ਜਿਵੇਂ ਕਿ ਪੋਰਟਰੇ ਕੀਤਾ ਗਿਆ। ਇਨਫੈਕਟ ਗੋਰਾ ਸਠਿਆਲਾ ਨੂੰ ਮਾਰਨ ਵਾਲਾ ਜਿਹੜਾ ਬਲਵਿੰਦਰ ਡੋਨੀ ਜਿਸ ਦੀ ਆਪਾਂ ਗੱਲ ਕਰਦੇ ਪਏ ਹਾਂ, ਉਹ ਗੋਪੀ ਘਨਸ਼ਾਮਪੁਰੀਆ ਦਾ ਖਾਸਮ ਖਾਸ ਹੈ। ਇਹ ਦੱਸਦੇ ਕਿ ਗੋਪੀ ਘਨਸ਼ਾਮਪੁਰੀਆ ਦੀ ਰਹੱਸਮਈ ਹਾਲਾਤਾਂ, ਭੇਦ ਭਰੇ ਹਾਲਾਤਾਂ ਦੇ ਵਿੱਚ ਉਸ ਦਾ ਗਾਇਬ ਹੋਣਾ ਜਾਂ ਉਸ ਦਾ ਇੱਕ ਕਥਿਤ ਐਨਕਾਊਂਟਰ ਕੀਤਾ ਜਾਣਾ ਜਾਂ ਫਿਰ ਉਸ ਨੂੰ ਕੁਝ ਹੋਰ ਗੈਂਗਸਟਰਾਂ ਵੱਲੋਂ ਕਤਲ ਕੀਤੇ ਜਾਣ ਦੀ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈ, ਜਿਸ ਨੂੰ ਮੈਂ ਆਪਣੀ ਅਗਲੀ ਰਿਪੋਰਟ ਵਿੱਚ ਤੁਹਾਡੇ ਸਾਹਮਣੇ ਰੱਖਾਂਗਾ, ਉਸ ਪੂਰੇ ਘਟਨਾ ਚੱਕਰ ਦੌਰਾਨ ਬਲਵਿੰਦਰ ਡੋਨੀ ਨੇ ਜਿਹੜਾ ਗੋਪੀ ਘਨਸ਼ਾਮਪੁਰੀਆ ਤੇ ਉਸਦੇ ਪਰਿਵਾਰ ਦੀ ਬਹੁਤ ਇਮਦਾਦ ਕੀਤੀ। ਤੇ ਬਲਵਿੰਦਰ ਡੋਨੀ ਕਈ ਤਸਵੀਰਾਂ ਦੇ ਵਿੱਚ ਜੇਲ੍ਹ ਦੀ ਆਪਣੀ ਜਦੋਂ ਉਹ ਆਪਣੀ ਸਜ਼ਾ ਕੱਟ ਵੀ ਰਿਹਾ ਸੀ ਜਾਂ ਜਿਸ ਦੌਰਾਨ ਉਹ ਅੰਡਰ ਟ੍ਰਾਇਲ ਸੀ, ਤਸਵੀਰਾਂ ਵੀ ਗੋਪੀ ਘਨਸ਼ਾਮਪੁਰੀ ਨਾਲ ਲਿਖੀਆਂ ਜਾ ਸਕਦੀਆਂ ਨੇ। ਸੋ ਸ਼ੁਰੂਆਤ ਦਾ ਜਿਹੜਾ ਇੱਕ ਨੈਰੇਟਿਵ ਸੀ ਜਿਸ ਵਿੱਚ ਕਿ ਗੋਰਾ ਸਠਿਆਲਾ ਨੂੰ ਗੋਪੀ ਘਨਸ਼ਾਮਪੁਰੀ ਦਾ ਬੰਦਾ ਕਿਹਾ ਜਾ ਰਿਹਾ ਸੀ, ਇਨਫੈਕਟ ਕਹਾਣੀ ਇਸ ਤੋਂ ਬਿਲਕੁਲ ਉਲਟ ਸੀ। ਗੋਪੀ ਘਨਸ਼ਾਮਪੁਰੀਏ ਦੇ ਹੀ ਮੈਨ ਫਰਾਈਡੇ ਜਾਂ ਖਾਸਮ ਖਾਸ ਬਲਵਿੰਦਰ ਡੋਨੀ ਨੇ ਹੀ ਇਹ ਕਤਲ ਅੰਜਾਮ ਦਿੱਤਾ ਸੀ। ਤੇ ਉਸ ਦਾ ਬੈਕਗਰਾਉਂਡ ਉਸ 9 ਅਪ੍ਰੈਲ 2022 ਦੀ ਘਟਨਾ ਜਿੱਦਾਂ ਆਪਣਾ ਜ਼ਿਕਰ ਆਪਾਂ ਕਰਦੇ ਪਏ ਹਾਂ ਉਸ ਦੇ ਨਾਲ ਜੁੜਦਾ ਹੈ। ਸੋ ਜਦੋਂ ਇਹ 14 ਗੈਂਗਸਟਰ ਉਸ ਢਾਬੇ ਤੋਂ ਕਾਬੂ ਕਰ ਲਏ ਜਾਂਦੇ ਨੇ, ਇਨਫੈਕਟ 14 ਦੇ ਵਿੱਚੋਂ 4 ਗੈਂਗਸਟਰ ਸਨ, ਬਾਕੀ ਹੋਰ ਲੋਕ ਪਿੰਡਾਂ ਦੇ ਅਜਿਹੇ ਲੋਕ ਸਨ ਜੋ ਕਿ ਵੈਸਟਡ ਇੰਟਰਸਟ ਵਾਲੀਆਂ ਪਾਰਟੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਹਿੱਤ ਹੁੰਦੇ ਨੇ ਜ਼ਮੀਨਾਂ ਦੇ ਉੱਤੇ, ਕਿਸੇ ਨੇ ਕੋਈ ਕਬਜ਼ੇ ਕਰਾਣੇ, ਗੈਂਗਸਟਰਾਂ ਦੀ ਮਸਲ ਪਾਵਰ ਦੀ ਉਹਨਾਂ ਨੂੰ ਲੋੜ ਹੈ, ਸਾਰੀ ਜਿਹੜੀ ਇੱਕ ਮਾਫੀਆ ਜਾਂ ਨੈਕਸਸ ਜਿਵੇਂ ਆਪਰੇਟ ਕਰਦਾ ਹੈ। ਸੋ ਪੋਸੀਬਲੀ ਕੋਈ ਅਜਿਹੀ ਮੀਟਿੰਗ ਕਿਸੇ ਢਾਬੇ ਦੇ ਵਿੱਚ ਹੋ ਰਹੀ ਸੀ, ਲੇਕਿਨ ਪੁਲਿਸ ਨੂੰ ਜਦੋਂ ਇਸ ਦੀ ਸੂਹ ਲੱਗੀ ਜਾਂ ਟਿਪ ਆਫ, ਜੋ ਕਿ ਪੋਸੀਬਲੀ ਜਾਂ ਇਹ ਕਿਹਾ ਜਾ ਸਕਦਾ ਕਿ ਅਲੈਜਡਲੀ ਕਥਿਤ ਤੌਰ ਤੇ ਗੋਰੇ ਸਠਿਆਲੇ ਵੱਲੋਂ ਮੁਹੱਈਆ ਕਰਵਾਈ ਗਈ ਹੋ ਸਕਦੀ ਹੈ, ਉਸ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਚੱਕ ਲਿਆ ਜਾਂਦਾ ਹੈ। UAPA ਦੇ ਤਹਿਤ ਕਈ ਸਾਲ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ ਕੁਝ ਮਹੀਨੇ ਬਾਹਰ ਰਹਿਣ ਦੌਰਾਨ ਹੀ ਉਸ ਨੂੰ ਦੁਬਾਰਾ ਫੜ ਲਿਆ ਜਾਂਦਾ ਹੈ। ਬਲਵਿੰਦਰ ਡੋਨੀ ਦੀ ਦੁਬਾਰਾ ਹੋਈ ਗ੍ਰਿਫਤਾਰੀ 5 ਜਾਂ 7 ਮਹੀਨੇ ਉਸਨੇ ਦੁਬਾਰਾ ਸ਼ਾਇਦ ਜੇਲ੍ਹ ਵਿੱਚ ਕੱਟੇ, ਜਿਸ ਤੋਂ ਬਾਅਦ ਉਹ ਦੁਬਾਰਾ ਬਾਹਰ ਆਇਆ। ਤੇ ਇਹ ਮੰਨਿਆ ਜਾ ਰਿਹਾ ਕਿ ਇਸ ਵਕਤ ਉਸ ਦੇ ਨਿਸ਼ਾਨੇ ਉੱਤੇ ਗੋਰਾ ਸਠਿਆਲਾ ਯਾਨੀ ਕਿ ਜਰਨੈਲ ਸਿੰਘ ਬੱਲ
ਕਲੀਅਰਲੀ ਸਾਹਮਣੇ ਸੀ ਤੇ ਇਹੀ ਰੀਜ਼ਨ ਇੱਕ ਮੋਟਾ ਰੀਜ਼ਨ ਮੰਨਿਆ ਜਾ ਰਿਹਾ। ਹਾਲਾਂਕਿ ਮੇਰੇ ਕੋਲ ਜਿਹੜੀਆਂ ਰਿਪੋਰਟਸ ਕਨਫਲਿਕਟਿੰਗ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ ਕੁਝ ਵਿਅਕਤੀਗਤ ਕਾਰਨ ਵੀ ਦੱਸੇ ਜਾ ਰਹੇ ਨੇ ਤੇ ਪੁਲਿਸ ਨੇ ਵੀ ਆਪਣੀ ਇਸ ਜਾਣਕਾਰੀ ਜੋ ਕਿ ਉਹਨਾਂ ਨੇ ਔਪਚਾਰਿਕ ਪੱਧਰ ਉੱਤੇ ਨਸ਼ਰ ਕੀਤੀ ਉਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਗੈਂਗ ਵਾਰ ਸੀ ਜਾਂ ਕੋਈ ਵਿਅਕਤੀਗਤ ਪਰਸਨਲ ਐਨਮਿਟੀ ਦਾ ਕੇਸ ਹੈ। ਲੇਕਿਨ ਜਰਨੈਲ ਸਿੰਘ ਗੋਰਾ ਸਠਿਆਲਾ ਦਾ ਇੱਕ ਕਾਫੀ ਇਲਾਕੇ ਦੇ ਵਿੱਚ ਰਸੂਖ ਹੋਣਾ, ਉਸ ਦੇ ਉੱਤੇ ਪਹਿਲਾਂ ਵੀ ਕੁਝ ਅਪਰਾਧਿਕ ਮਾਮਲੇ ਹੋਣਾ ਤੇ ਉਸ ਨੂੰ ਕਥਿਤ ਗੈਂਗਸਟਰ ਕਹਿ ਕੇ ਸੰਬੋਧਨ ਕਰਨਾ, ਇਹ ਸਾਨੂੰ ਇਸ ਘਟਨਾਕ੍ਰਮ ਜਾਂ ਇਸ ਹੱਤਿਆਕਾਂਡ ਨੂੰ ਕੁਝ ਹੋਰ ਅਜਿਹੇ ਫੈਕਟਰਸ ਦੇ ਨਾਲ ਜੋੜ ਕੇ ਦੇਖਣ ਲਈ ਵੀ ਕਾਫੀ ਹੱਦ ਤੱਕ ਮਜਬੂਰ ਕਰਦਾ ਹੈ। ਜਰਨੈਲ ਸਿੰਘ ਗੋਰਾ ਸਠਿਆਲਾ ਦੀ ਹੱਤਿਆਕਾਂਡ ਦੇ ਕਾਰਨ ਕੀ ਪੁਲਿਸ ਦੇ ਨਾਲ ਉਸਦੇ ਸੰਬੰਧ ਸੀ। ਅਪ੍ਰੈਲ 2022 ਦੇ ਵਿੱਚ ਜਿਹੜੇ ਢਾਬੇ ਦੇ ਉੱਤੇ ਹੋਈਆਂ ਗ੍ਰਿਫਤਾਰੀਆਂ, 16 ਲੋਕਾਂ ਨੂੰ ਕਾਬੂ ਕੀਤਾ ਜਾਣਾ ਤੇ ਬਲਵਿੰਦਰ ਡੋਨੀ ਦਾ ਇੱਕ ਵਾਰ ਫੇਰ ਪੁਲਿਸ ਦੇ ਅੜਿੱਕੇ ਆਣਾ, ਕੀ ਇੱਕ ਇਹ ਰੰਜਿਸ਼ ਦੀ ਵਜ੍ਹਾ ਹੋ ਸਕਦੀ ਹੈ। ਇਹ ਕੁਝ ਪੋਸੀਬਲ ਕਾਰਨ ਨੇ ਜੋ ਕਿ ਪੁਲਿਸ ਤਫਤੀਸ਼ ਦੇ ਵਿੱਚ ਐਕਸਪਲੋਰ ਜ਼ਰੂਰ ਕੀਤੇ ਜਾ ਰਹੇ ਹੋਣਗੇ ਤੇ ਹੁਣ ਤੱਕ ਪੋਸੀਬਲੀ ਕੀਤੇ ਜਾ ਸਕਦੇ ਨੇ। ਲੇਕਿਨ ਜੇ ਪੁਲਿਸ ਨਾਲ ਸੰਬੰਧ ਜਾਂ ਪੁਲਿਸ ਦੀ ਮੁਖਬਰੀ ਕਾਰਨ ਰਿਹਾ ਤਾਂ ਫਿਰ ਉਹੋ ਜਿਹੀਆਂ ਜਾਣਕਾਰੀਆਂ ਕਦੀ ਵੀ ਵੇਰਵਿਆਂ ਦੀ ਸ਼ਕਲ ਦੇ ਵਿੱਚ ਤੁਹਾਡੇ ਸਾਹਮਣੇ ਨਹੀਂ ਆਉਂਦੀਆਂ ਹੈਗੀਆਂ ਨੇ। ਲੇਕਿਨ ਇਸ ਤੋਂ ਵੱਡਾ ਵੀ ਇਹ ਮਾਮਲਾ ਹੋ ਸਕਦਾ ਹੈ। ਇੱਕ ਅਜਿਹੀ ਮਾਝੇ ਦੀ ਟਰਫ ਵਾਰ ਦੀ ਗੱਲਬਾਤ ਵੀ ਹੋ ਸਕਦੀ ਹੈ ਜਿਸ ਵਿੱਚ ਡਰੱਗਸ ਦੇ ਕਾਰੋਬਾਰ ਉੱਤੇ, ਡਰੱਗ ਟ੍ਰੇਡ ਉੱਤੇ ਕੰਟਰੋਲ ਕਰਨ ਦੀ ਇੱਕ ਅਜਿਹੀ ਲੜਾਈ ਜੋ ਕਿ ਅੰਡਰਵਰਲਡ ਦੇ ਵਿੱਚ ਚੱਲਦੀ ਰਹਿੰਦੀ ਹੈ, ਉਸ ਦੀ ਰੰਜਿਸ਼ ਦੇ ਵਜੋਂ ਜਾਂ ਫਿਰ ਕਿਸੇ ਹੋਰ ਲਾਰਜਰ ਗੈਂਗ ਵਾਰ ਦੇ ਰੂਪ ਵਿੱਚ ਵੀ ਇਸ ਨੂੰ ਵੇਖਿਆ ਜਾ ਸਕਦਾ ਹੈ। ਬੇਸ਼ੱਕ ਫਿਰ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਗੈਂਗਸਟਰ ਇਸ ਘਟਨਾ ਨੂੰ, ਇਸ ਹੱਤਿਆਕਾਂਡ ਨੂੰ ਕਿਸੇ ਵੀ ਰੌਸ਼ਨੀ ਦੇ ਵਿੱਚ ਇੱਕ ਦੂਸਰੇ ਦੇ ਗੈਂਗ ਨਾਲੋਂ ਉੱਤੇ ਆਪਣੀ ਲੱਤ ਰੱਖਣ ਦੀ ਉਸ ਫਿਤਰਤ ਦੇ ਨਾਲ ਕਿਵੇਂ ਵੀ ਦਰਸਾਉਣ ਦੀ ਕੋਸ਼ਿਸ਼ ਕਰਨ, ਲੇਕਿਨ ਅਸਲ ਵਜ੍ਹਾ ਕਾਰਨ ਕੁਝ ਹੋਰ ਹੁੰਦੇ ਨੇ। ਇਸ ਤੋਂ ਇਲਾਵਾ ਮੇਰੇ ਕੋਲ 2 ਹੋਰ ਕਨਫਲਿਕਟਿੰਗ ਅਕਾਊਂਟਸ ਹੈਗੇ ਨੇ, ਲੇਕਿਨ ਉਹ ਅਕਾਊਂਟਸ ਮੈਂ ਕ੍ਰੈਡੀਬਲ ਨਹੀਂ ਮੰਨਦਾ, ਇਸ ਵਾਸਤੇ ਮੈਂ ਉਹਨਾਂ ਦੇ ਬਾਰੇ ਇਸ ਵਕਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ। ਇਸ ਰਿਪੋਰਟ ਨੂੰ ਵਿਰਾਮ ਦੇਣ ਤੋਂ ਪਹਿਲਾਂ ਇਹ ਜ਼ਰੂਰ ਕਲੀਅਰ ਕਰਨਾ ਕਿ ਬਲਵਿੰਦਰ ਡੋਨੀ ਦਾ ਪੂਰਾ ਕੀ ਬੈਕਗਰਾਉਂਡ ਹੈ, ਉਸ ਦੇ ਗੋਪੀ ਘਨਸ਼ਾਮਪੁਰੀ ਦੇ ਨਾਲ ਕਿੱਡੇ ਗਹਿਰੇ ਸੰਬੰਧ ਸੀ, ਕਿੱਡੇ ਘਨਿਸ਼ਟ ਸੰਬੰਧ ਸੀ, ਜੋ ਕਿ ਸ਼ਾਇਦ ਕੁਝ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਲਏ ਹੋਣੇ ਆ। ਆਉਣ ਵਾਲੀ ਰਿਪੋਰਟ ਦੇ ਵਿੱਚ ਮੈਂ ਕਲੀਅਰ ਕਰਾਂਗਾ ਤੇ ਉਸ ਰਿਪੋਰਟ ਦੇ ਵਿੱਚ ਸਾਨੂੰ ਮੌਕਾ ਵੀ ਮਿਲੇਗਾ ਕਿ ਅਸੀਂ ਗੋਪੀ ਘਨਸ਼ਾਮਪੁਰੀਆ ਦੀ ਰਹੱਸਮਈ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹੜੀ ਉਸ ਦੀ ਮੌਤ ਹੋਈ ਉਸ ਦੀ ਗਹਿਰਾਈ ਦੇ ਵਿੱਚ ਜਾ ਸਕੀਏ। ਆਪਣੀ ਅਗਲੀ ਰਿਪੋਰਟ ਨੂੰ ਮੈਂ ਤਰਨਤਾਰਨ ਦੀ ਉਸ ਗੈਂਗ ਕਨਫਲਿਕਟ ਜਾਂ ਗੈਂਗ ਕਲੈਸ਼ ਤੋਂ ਅੱਗੇ ਤੋਰਾਂਗਾ ਜਿਸ ਦਾ ਜ਼ਿਕਰ ਮੈਂ ਆਪਣੀ ਪਹਿਲੀ ਰਿਪੋਰਟਾਂ ਵਿੱਚ ਵੀ ਕੀਤਾ ਹੈ। ਲੇਕਿਨ ਗੋਪੀ ਘਨਸ਼ਾਮਪੁਰੀਆ ਦਾ ਰੋਲ ਉਸ ਗੈਂਗ ਕਲੈਸ਼ ਦੇ ਵਿੱਚ ਕੀ ਸੀ, ਕਿਵੇਂ ਉਹ ਫਿਰ ਬਾਅਦ ਦੇ ਵਿੱਚ ਉੱਤਰ ਪ੍ਰਦੇਸ਼ ਪਹੁੰਚਦਾ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਉਸ ਦੇ ਨਾਲ ਕੀ ਹੁੰਦਾ ਹੈ, ਕਿਵੇਂ ਬਲਵਿੰਦਰ ਡੋਨੀ ਇੱਕ ਮੈਨ ਫਰਾਈਡੇ ਦੇ ਰੂਪ ਵਿੱਚ ਗੋਪੀ ਘਨਸ਼ਾਮਪੁਰੀਏ ਦੇ ਉੱਭਰਦਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਤੇ ਜਰਨੈਲ ਗੋਰੇ ਦੇ ਨਾਲ ਉਹ ਪੂਰੀ ਦੀ ਪੂਰੀ ਕੜੀ ਅੱਜ ਦੇ ਇਸ ਘਟਨਾ ਸੰਦਰਭ ਜਾਂ ਜੋ ਪਿਛਲੇ ਹਫਤੇ ਦੀ ਘਟਨਾ ਵਾਪਰੀ ਉਸ ਦੇ ਨਾਲ ਕਿਵੇਂ ਜੁੜਦੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਅਗਲੀ ਰਿਪੋਰਟ ਵਿੱਚ ਕਰਾਂਗੇ। ਯੂ ਹੈਵ ਟੂ ਵੇਟ ਫॉर दैट, ਸਟੇ ਟਿਊਨਡ। ਅਗਲੀ ਰਿਪੋਰਟ ਦਾ ਇੰਤਜ਼ਾਰ ਕਰੋ, ਬਹੁਤ ਛੇਤੀ ਉਸ ਰਿਪੋਰਟ ਨੂੰ ਤੁਹਾਡੀ ਨਜ਼ਰ ਕਰਾਂਗਾ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।